ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਤੇ ਜਿਹੜਾ ਸੰਘਰਸ਼ ਵਿੱਢਿਆ ਹੈ ਉਸ ਦਾ ਉਹ ਰੰਗ ਲਿਆਉਂਦਾ ਨਜ਼ਰ ਆ ਰਿਹਾ। ਹੁਣ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਦਾ ਸਮਾਂ ਮਿਲ ਗਿਆ ਹੈ। ਅਕਾਲੀ ਦਲ ਸਣੇ 8 ਵਿਰੋਧੀ ਪਾਰਟੀਆਂ ਕੱਲ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਜਾ ਰਹੀਆਂ ਨੇ। ਜੀ ਹਾਂ, 8 ਪਾਰਟੀਆਂ ਦਾ ਵਫਦ ਮੁਲਾਕਾਤ ਕਰਨ ਜਾ ਰਿਹਾ ਹੈ। ਕੇਂਦਰ ਦੇ ਖਿਲਾਫ ਗੈਰ ਸੰਵਿਧਾਨਕ ਤਰੀਕੇ ਨਾਲ ਸੰਸਦ ਚਲਾਉਣ ਦੀ ਸ਼ਿਕਾਇਤ ਰਾਸ਼ਟਰਪਤੀ ਨੂੰ ਕੀਤੀ ਜਾਏਗੀ। ਕਿਸਾਨੀ ਮੁੱਦੇ ਤੇ ਸਾਰੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ, ਹਰਸਿਮਰਤ ਕੌਰ ਬਾਦਲ ਨੇ ਕਿਹਾ। ਉਹਨਾਂ ਨੇ ਕਿਹਾ ਕਿ ਇਹ ਸੰਸਦ ਜਿਹੜੀ ਹੈ ਉਸ ਦੇ ਵਿੱਚ ਵਿਰੋਧੀ ਦਲਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਕਿਸਾਨਾਂ ਦੀ ਆਵਾਜ਼, ਲੋਕਾਂ ਦੇ ਮੁੱਦੇ ਜਿਹੜੇ ਉਹ ਚੁੱਕਣ ਨਹੀਂ ਦਿੱਤੇ ਜਾ ਰਹੇ। ਇਸ ਲਈ ਰਾਸ਼ਟਰਪਤੀ ਨੂੰ ਸ਼ਿਕਾਇਤ ਕੀਤੀ ਜਾਏਗੀ ਔਰ ਕਿਹਾ ਜਾਏਗਾ ਕਿ ਰਾਸ਼ਟਰਪਤੀ ਇਸ ਵਿੱਚ ਦਖਲ ਦੇਣ। ਇਸ ਤੋਂ ਇਲਾਵਾ ਅੱਜ 8 ਪਾਰਟੀਆਂ ਨੇ ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਸਪੀਕਰ ਨਾਲ ਵੀ ਮੁਲਾਕਾਤ ਕੀਤੀ ਤੇ ਇੱਕ ਜੇਪੀਸੀ ਬਣਾਏ ਜਾਣ ਦੀ ਮੰਗ ਕੀਤੀ ਹੈ। ਜੇਪੀਸੀ ਇਸ ਗੱਲ ਦੀ ਜਾਂਚ ਕਰੇ ਕਿ ਖੇਤੀਬਾੜੀ ਮੰਤਰੀ ਤੋਮਰ ਜੋ ਕਹਿ ਰਹੇ ਨੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਿਸੇ ਵੀ ਕਿਸਾਨ ਦੇ ਸ਼ਹੀਦ ਹੋਣ ਦਾ ਕੋਈ ਰਿਕਾਰਡ ਨਹੀਂ, ਇਸ ਦੀ ਜਾਂਚ ਕੀਤੀ ਜਾਏ ਔਰ ਇਸ ਦੇ ਤੱਥ ਦੇਸ਼ ਦੇ ਸਾਹਮਣੇ ਰੱਖੇ ਜਾਣ, ਕਿਉਂਕਿ ਇਲਜ਼ਾਮ ਇਹ ਹਰਸਿਮਰਤ ਕੌਰ ਬਾਦਲ ਦਾ ਕਿ ਤੋਮਰ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ ਤੇ ਅੰਨਦਾਤਾ ਦਾ ਅਪਮਾਨ ਕਰ ਰਹੇ ਨੇ। ਜੀ ਹਾਂ, ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਕੱਲ ਰਾਸ਼ਟਰਪਤੀ ਨੂੰ ਵਫਦ ਮਿਲਣ ਜਾਏਗਾ ਤੇ ਅੱਜ 8 ਪਾਰਟੀਆਂ, ਜਿਸ ਦੇ ਵਿੱਚ ਸ਼ਿਵ ਸੈਨਾ, CPI, CPM, RLP ਕਈ ਪਾਰਟੀਆਂ ਨੇ, ਉਹਨਾਂ ਨੇ ਅੱਜ ਸਪੀਕਰ ਦੇ ਨਾਲ ਮੁਲਾਕਾਤ ਕੀਤੀ ਤੇ JPC ਬਣਾਏ ਜਾਣ ਦੀ ਤੋਮਰ ਦੇ ਬਿਆਨ ਦੀ ਜਾਂਚ ਦੇ ਲਈ ਮੰਗ ਕੀਤੀ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਸਪੀਕਰ ਦੇ ਨਾਲ ਇਹ ਮੁਲਾਕਾਤ ਕੀਤੀ ਗਈ ਹੈ ਅਕਾਲੀ ਦਲ ਬਸਪਾ ਸਣੇ 8 ਪਾਰਟੀਆਂ ਦੇ ਸਾਂਸਦਾਂ ਵੱਲੋਂ। ਇਹ ਜਜ਼ਬਾ ਰੰਗ ਲਿਆ ਰਿਹਾ, ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਗੂੰਜ ਰਹੀ ਹੈ। ਸੰਸਦ ਦੇ ਅੰਦਰ, ਸੰਸਦ ਦੇ ਬਾਹਰ ਕਾਲੇ ਕਾਨੂੰਨ ਰੱਦ ਕਰੋ ਦੀ ਮੰਗ ਉੱਠ ਰਹੀ ਹੈ। ਬੰਦ ਕਰੋ, ਬੰਦ ਕਰੋ। ਕਿਸਾਨਾਂ ਦੀ ਮੰਗ ਦੀ ਬਾਤ ਸੁਣੋ। ਬਾਤ ਸੁਣੋ। ਮੌਨਸੂਨ ਇਜਲਾਸ ਦੇ ਪਹਿਲੇ ਦਿਨ ਤੋਂ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਕਿਸਾਨਾਂ ਦੀ ਆਵਾਜ਼ ਬਣੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਇਹ ਪ੍ਰਦਰਸ਼ਨ ਫਲਦਾ ਨਜ਼ਰ ਆ ਰਿਹਾ। ਪ੍ਰਧਾਨ ਮੰਤਰੀ ਹੋਣ ਜਾਂ ਲੋਕ ਸਭਾ ਸਪੀਕਰ ਜਾਂ ਫਿਰ ਕੇਂਦਰੀ ਖੇਤੀਬਾੜੀ ਮੰਤਰੀ, ਹਰ ਕਿਸੇ ਨੇ ਕਿਸਾਨਾਂ ਦੇ ਮੁੱਦੇ ਨੂੰ ਤਰਜੀਹ ਦੇਣ ਦੀ ਮੰਗ ਨੂੰ ਅਣਸੁਣਾ ਕਰ ਦਿੱਤਾ। ਪਰ ਕਾਲੇ ਕਾਨੂੰਨ ਰੱਦ ਕੀਤੇ ਜਾਣ ਦੀ ਕਿਸਾਨਾਂ ਦੀ ਇਹ ਮੰਗ ਹੁਣ ਰਾਸ਼ਟਰਪਤੀ ਤੱਕ ਪਹੁੰਚਾਈ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਣੇ ਕੁੱਲ 8 ਵਿਰੋਧੀ ਪਾਰਟੀਆਂ ਸ਼ਨੀਚਰਵਾਰ ਨੂੰ ਰਾਸ਼ਟਰਪਤੀ ਨੂੰ ਮਿਲ ਕੇ ਕਿਸਾਨਾਂ ਦਾ ਇਹ ਮੁੱਦਾ ਚੁੱਕਣਗੇ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੇ ਉਹਨਾਂ ਦੀ ਆਵਾਜ਼ ਨੂੰ ਅਣਗੌਲਿਆਂ ਕਰਨ ਦੇ ਇਲਜ਼ਾਮ ਲਾਏ ਨੇ ਅਤੇ ਕਿਹਾ ਕਿ ਕੇਂਦਰ ਸਰਕਾਰ ਬਹੁਮਤ ਦੇ ਜ਼ੋਰ ਤੇ ਗੈਰ ਲੋਕਤਾਂਤਰਿਕ ਤਰੀਕੇ ਦੇ ਨਾਲ ਸੰਸਦ ਚਲਾ ਰਹੀ ਹੈ। ਕਿਸਾਨਾਂ ਤੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਸਣੇ ਹੋਰ ਸਾਰੀ ਪਾਰਟੀਆਂ ਨੂੰ ਵੀ ਵੱਖਰੇਵੇਂ ਇੱਕ ਪਾਸੇ ਰੱਖ ਕੇ ਕਿਸਾਨਾਂ ਦੇ ਇਸ ਮੁੱਦੇ ਤੇ एकजुटता विखाने की अपील की है। 8 महीने से आंदोलन पे बैठे हैं। लगातार मैं एडजॉर्नमेंट मोशन जिस दिन से पार्लियामेंट शुरू हुआ है हर रोज मैं दे रही हूँ। वो एडजॉर्नमेंट मोशन को एडमिट करें, जिस समय एडमिट करेंगे, अलाउ करेंगे चर्चा, उसी समय चर्चा शुरू हो जाएगी। सो चर्चा शुरू क्यों नहीं करते हैं? ये किसान के
काले कानूनों से चर्चा से भाग रहे हैं और पार्लियामेंट की जो परंपरा है उसकी धज्जियां उड़ा रहे हैं। जिनको सबसे बड़ी गिनती में किसानों ने चुन के इधर भेजा है, पंजाब से भी 8 सांसद आए हैं। अपनी पार्टी को कन्विंस करें, अपनी सहयोगी पार्टियों को कन्विंस करें। हम लोग सब एक लाइन में जाके राष्ट्रपति जी को बताएं कि कैसे इधर संवैधानिक परंपराओं की धज्जियां उड़ाई जा रही है और विपक्ष को लोगों के मुद्दे नहीं उठाने दिए जा रहे। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਈ ਹੋਰ ਪਾਰਟੀਆਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮਿਲ ਕੇ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ। 8 ਵਿਰੋਧੀ ਪਾਰਟੀਆਂ ਨੇ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਸਪੀਕਰ ਨੂੰ ਮਿਲ ਕੇ ਇੱਕ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਕੇਂਦਰੀ ਖੇਤੀਬਾੜੀ ਮੰਤਰੀ ਦੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਜਾਣਕਾਰੀ ਨਾ ਹੋਣ ਦੇ ਬਿਆਨ ਦੀ ਸੱਚਾਈ ਦੀ ਜਾਂਚ ਕੀਤੀ ਜਾ ਸਕੇ। ਇਹ ਸਾਰੀਆਂ ਤਸਵੀਰਾਂ ਸਬੂਤ ਨੇ ਇਸ ਗੱਲ ਦਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਸੇ ਸ਼ਿੱਦਤ ਦੇ ਨਾਲ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕਦਾ ਰਿਹਾ ਹੈ ਜਿਸ ਸ਼ਿੱਦਤ ਦੇ ਨਾਲ ਕਿਸਾਨ 8 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਧਰਨੇ ਤੇ ਬੈਠੇ ਨੇ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ये उनकी ड्यूटी, हम कभी भी हाउस में डिस्टर्ब नहीं चाहते। हम चाहते हैं कि डेमोक्रेसी तब चलती है जब एक दूसरे की बात सुनी जाती है और लोगों की बात इस हाउस में की जाती है। वो तभी होगी अगर सरकार वो एजेंडा तय करेगी। एजेंडा क्या है? सबसे पहला किसानी का एजेंडा है, दूसरा महंगाई का है, तीसरा जासूसी का है। ये तीनों जो मसले हैं, बीएसी की मीटिंग करें, ऑल पार्टी मीटिंग में कह दें कि हम जेपीसी बनाने को तैयार हैं। जेपीसी बना दे, हमारी मांग है कि जेपीसी बना दे, जेपीसी बना दे ताकि वहाँ डिस्कशन हो और उनको भी जो सब इसके जो शेयर होल्डर हैं जिनको इससे प्रॉब्लम है ताकि वो लोग भी वहाँ आएंगे। जेपीसी के बाद जो रिजल्ट निकलेगा वहाँ हो जाएगा। इसलिए हम ये कहते हैं कि अगर आपने हाउस ऑर्डर में करना है, ये आपकी ड्यूटी है। पिछले कुछ दिनों में कि बिल पेश किए जा रहे हैं, हाउस ऑर्डर में नहीं है, बिल पास कर दिए जा रहे हैं एकदम गैर संवैधानिक तरीके से। कोई भी ऑपोजिशन का डिस्कशन मुद्दों को नहीं लिया जा रहा है। बीएसी भी हुई, बीएसी में भी किन्हीं बिंदुओं पे जो ऑपोजिशन बोल रही थी उस पे किसी पे भी सहमति नहीं बनी कि उस पे चर्चा की जाएगी और जिसकी वजह से हाउस जो है स्टॉल्ड हो रखा है। तो कहीं ना कहीं ना सरकार किसानों के मुद्दों पे चर्चा करना चाह रही है, ना महंगाई के मुद्दों पे चर्चा करना चाह रही है, ना जासूसी के मामलों पे चर्चा करना चाह रही है। जब तक वो इन सब मुद्दों को लेकर बातचीत नहीं करती है तब तक जो है हम लोग बाहर भी खड़े होकर के इस पर अपनी आवाज उठाने का काम करें। ਸੰਸਦ ਦੇ ਬਾਹਰ ਤਖਤੀਆਂ ਫੜ ਕੇ ਖੜੇ ਹੋਣ ਤੋਂ ਲੈ ਕੇ ਸੰਸਦ ਦੇ ਅੰਦਰ ਚਰਚਾ ਕਰਵਾਉਣ ਲਈ ਕੰਮ ਰੋਕੂ ਮਤੇ ਲਿਆਉਣ ਤੱਕ ਅਕਾਲੀ ਦਲ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ ਇਸ ਮੁੱਦੇ ਨੂੰ ਚਰਚਾ ਦੇ ਕੇਂਦਰ ਵਿੱਚ ਲਿਆਉਣ ਦੀ। ਪਰ ਜਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਨੇ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਹੀਦੀ ਨੂੰ ਵੀ ਅਣਗੌਲਿਆ ਕਰ ਦਿੱਤਾ, ਉਸੇ ਤਰ੍ਹਾਂ ਕੇਂਦਰ ਸਰਕਾਰ ਇਸ ਮੁੱਦੇ ਨੂੰ ਵੀ ਅਣਗੌਲਿਆ ਕਰਦੀ ਨਜ਼ਰ ਆ ਰਹੀ ਹੈ। ब्यूरो रिपोर्ट, PTC न्यूज।